ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ। ਹਾਂਜੀ ਬੱਚੇ, ਫਸਟ ਵੀਡੀਓ ਵਿੱਚ ਆਪਾਂ ਨੇ ਪੜ੍ਹਿਆ ਸੀ ਲੈਂਗੁਏਜ ਬੁੱਕ ਦਾ ਫਸਟ ਚੈਪਟਰ ਬੋਲੀ ਜਾਂ ਭਾਸ਼ਾ ਬਾਰੇ ਕਿ ਬੋਲੀ ਕਿਸ ਨੂੰ ਕਹਿੰਦੇ ਹਨ। ਬੋਲੀ ਕਿਸ ਨੂੰ ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਨੂੰ, ਮਨ ਦੇ ਭਾਵ ਨੂੰ ਦੂਜਿਆਂ ਨਾਲ ਬੋਲ ਕੇ ਜਾਂ ਲਿਖ ਕੇ ਸਾਂਝੇ ਕਰਦਾ ਹੈ ਤਾਂ ਅਸੀਂ ਉਸ ਨੂੰ ਬੋਲਦੇ ਹਾਂ ਬੋਲੀ ਜਾਂ ਭਾਸ਼ਾ। ਬੋਲੀ ਦੀ ਉਤਪਤੀ ਕਿੱਥੋਂ ਹੋਈ ਕਿ ਬੋਲੀ ਪਹਿਲਾਂ ਦੇ ਸਮੇਂ ਵਿੱਚ ਮਨੁੱਖ ਨੂੰ ਗੱਲਬਾਤ ਕਰਨ ਦਾ ਕੋਈ ਤਰੀਕਾ ਗਿਆਨ ਨਹੀਂ ਸੀ, ਤਾਂ ਉਸ ਸਮੇਂ ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਆਪਣੇ ਵਿਚਾਰਾਂ ਨੂੰ ਕਿਵੇਂ ਸਾਂਝੇ ਕਰਦਾ ਸੀ। ਉਹ ਸੰਕੇਤਾਂ ਰਾਹੀਂ, ਇਸ਼ਾਰਿਆਂ ਰਾਹੀਂ, ਚੀਕਾਂ ਕੂਕਾਂ ਰਾਹੀਂ ਦਰਸਾਉਂਦਾ ਸੀ। ਉਹੀ ਚੀਕਾਂ ਕੂਕਾਂ ਬੋਲੀ ਦਾ ਰੂਪ ਧਾਰਨ ਕਰ ਗਈਆਂ ਸੀ। ਇਸ ਨਾਲ ਬੋਲੀ ਦੀ ਉਤਪਤੀ ਹੋਈ। ਉਸ ਤੋਂ ਬਾਅਦ ਆਪਾਂ ਨੇ ਪੜ੍ਹਿਆ ਬੋਲੀ ਦੀਆਂ ਕਿਸਮਾਂ ਬਾਰੇ ਕਿ ਬੋਲੀ ਦੋ ਕਿਸਮ ਦੀ ਹੁੰਦੀ ਹੈ, ਬੋਲਚਾਲ ਦੀ ਬੋਲੀ ਅਤੇ ਲਿਖਤੀ ਬੋਲੀ। ਬੋਲਚਾਲ ਦੀ ਬੋਲੀ ਹੈ ਉਹ ਅਸ਼ੁੱਧ ਭਾਸ਼ਾ ਹੁੰਦੀ ਹੈ ਕਿਉਂਕਿ ਅਸੀਂ ਬੋਲਦੇ ਸਮੇਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ। ਅਸੀਂ ਆਪਣੇ ਹਿਸਾਬ ਨਾਲ ਕੋਈ ਵੀ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਤਾਂ ਇਸ ਭਾਸ਼ਾ ਨੂੰ ਬਹੁਤੀ ਸ਼ੁੱਧ ਭਾਸ਼ਾ ਨਹੀਂ ਕਿਹਾ ਜਾਂਦਾ। ਬੋਲਚਾਲ ਦੀ ਭਾਸ਼ਾ ਕੀ ਹੁੰਦੀ ਹੈ ਕਿ ਕੋਈ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਨੂੰ ਦੂਸਰਿਆਂ ਨਾਲ ਬੋਲ ਕੇ ਸਾਂਝੇ ਕਰਦਾ ਹੈ, ਤਾਂ ਇਸ ਨੂੰ ਅਸੀਂ ਬੋਲਚਾਲ ਦੀ ਬੋਲੀ ਕਹਿੰਦੇ ਹਾਂ। ਲਿਖਤੀ ਬੋਲੀ ਕਿ ਜਿਹੜੀ ਗੱਲਬਾਤ ਅਸੀਂ ਦੂਸਰੇ ਵਿਅਕਤੀ ਨਾਲ ਲਿਖ ਕੇ ਸਾਂਝੀ ਕਰਦੇ ਹਾਂ ਉਸ ਨੂੰ ਅਸੀਂ ਲਿਖਤੀ ਭਾਸ਼ਾ, ਟਕਸਾਲੀ ਭਾਸ਼ਾ ਜਾਂ ਸਾਹਿਤਕ ਭਾਸ਼ਾ ਕਹਿੰਦੇ ਹਾਂ। ਇਸ ਭਾਸ਼ਾ ਨੂੰ ਸ਼ੁੱਧ ਕਿਹਾ ਜਾਂਦਾ ਹੈ ਕਿਉਂਕਿ ਲਿਖਤੀ ਭਾਸ਼ਾ ਵਿੱਚ ਵਿਆਕਰਨਿਕ ਨਿਯਮ ਸ਼ਾਮਿਲ ਹੁੰਦੇ ਹਨ। ਕਿਉਂਕਿ ਅਸੀਂ ਇਸ ਭਾਸ਼ਾ ਦੇ ਵਿੱਚ ਵਿਆਕਰਨ ਦੇ ਸਾਡੇ ਕੁਝ ਰੂਲਸ, ਨਿਯਮ ਹੁੰਦੇ ਨੇ, ਤਾਂ ਇਸ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਭਾਸ਼ਾ ਦਾ ਰੂਪ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਪੜ੍ਹਿਆ ਸੀ ਉਪਬੋਲੀ ਕਿ ਉਪਬੋਲੀ ਕੀ ਹੁੰਦੀ ਹੈ, ਉਪਬੋਲੀ ਕਿਵੇਂ ਪੈਦਾ ਹੋਈ, ਕਿੱਥੋਂ ਪੈਦਾ ਹੋਈ। ਉਪਬੋਲੀ ਕਿਸੇ ਪ੍ਰਾਂਤ ਦੇ, ਕਿਸੇ ਸਟੇਟ ਦੀ ਕੇਂਦਰੀ ਭਾਸ਼ਾ ਦੇ ਅਧੀਨ ਬੋਲੀ ਜਾਣ ਵਾਲੀ ਭਾਸ਼ਾ ਨੂੰ ਅਸੀਂ ਉਪਬੋਲੀ ਕਹਿੰਦੇ ਹਾਂ। ਉਪਬੋਲੀ ਬੋਲਚਾਲ ਦੀ ਭਾਸ਼ਾ ਵਿੱਚੋਂ ਪੈਦਾ ਹੋਈ। ਸਾਡੇ ਪੰਜਾਬ ਦੇ ਵਿੱਚ ਵੈਸੇ ਤਾਂ ਬਹੁਤ ਸਾਰੀਆਂ 8 ਉਪਭਾਸ਼ਾਵਾਂ ਨੇ, ਪਰ ਮੌਜੂਦਾ ਪੰਜਾਬ ਦੇ ਵਿੱਚ 4 ਉਪ ਬੋਲੀਆਂ ਬੋਲੀਆਂ ਜਾਂਦੀਆਂ ਹਨ: ਦੁਆਬੀ, ਮਾਝੀ, ਮਲਵਈ ਅਤੇ ਪੁਆਧੀ। ਇਹਨਾਂ ਦੇ ਹਰੇਕ ਆਪਣੇ ਇਲਾਕੇ ਦੀ ਆਪਣੀ ਉਪਭਾਸ਼ਾ ਹੈ। ਨੈਕਸਟ ਸੀ ਭਾਰਤ ਦੇਸ਼ ਵਿੱਚ ਪ੍ਰਚਲਿਤ ਭਾਸ਼ਾਵਾਂ। ਭਾਰਤੀ ਸੰਵਿਧਾਨ ਨੇ ਭਾਰਤ ਦੇਸ਼ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ। ਕਿਹੜੀਆਂ 22 ਭਾਸ਼ਾਵਾਂ ਸਨ? ਉਰਦੂ, ਪੰਜਾਬੀ, ਕਸ਼ਮੀਰੀ, ਗੁਜਰਾਤੀ, ਸੰਸਕ੍ਰਿਤ, ਨੇਪਾਲੀ, ਮਨੀਪੁਰੀ, ਅਸਾਮੀ, ਬੰਗਲਾ, ਉੜੀਆ, ਕੰਨੜ, ਤੇਲਗੂ, ਤਾਮਿਲ, ਮਲਿਆਲਮ, ਕੋਂਕਣੀ, ਮਰਾਠੀ, ਸਿੰਧੀ, ਹਿੰਦੀ, ਡੋਗਰੀ, ਸੰਤਲੀ, ਬੋਡੋ, ਮੈਥਲੀ। ਇਹ ਸਾਡੀਆਂ ਭਾਰਤ ਦੀਆਂ ਪ੍ਰਚਲਿਤ 22 ਭਾਸ਼ਾਵਾਂ ਹਨ। ਇਸ ਤੋਂ ਨੈਕਸਟ ਅਸੀਂ ਪੜ੍ਹਿਆ ਸੀ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ। ਪੰਜਾਬ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ 3 ਹਨ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਇਹਨਾਂ 3 ਭਾਸ਼ਾਵਾਂ ਤੋਂ ਬਿਨਾਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ ਜਾਂ ਲਿਖੀਆਂ ਜਾਂਦੀਆਂ ਹਨ। ਪੰਜਾਬੀ ਪੰਜਾਬ ਦੀ ਇੱਕ ਰਾਜ ਭਾਸ਼ਾ ਹੈ, ਮਾਤ ਭਾਸ਼ਾ ਹੈ। ਇਸ ਨੂੰ ਮਾਤ ਭਾਸ਼ਾ ਕਿਉਂ ਕਿਹਾ ਜਾਂਦਾ ਹੈ? ਮਾਤ ਭਾਸ਼ਾ ਕੀ ਹੁੰਦੀ ਹੈ ਕਿ ਜੋ ਜਨਮ ਸਮੇਂ ਬੱਚਾ ਆਪਣੀ ਮਦਰ ਤੋਂ ਸਿੱਖਦਾ ਹੈ, ਮਾਂ ਕੋਲੋਂ ਸਿੱਖਦਾ ਹੈ। ਹਿੰਦੀ ਪੂਰੇ ਭਾਰਤ ਦੀ ਸਾਂਝੀ ਭਾਸ਼ਾ ਹੈ। ਇਸ ਨੂੰ ਰਾਸ਼ਟਰੀ ਭਾਸ਼ਾ ਵੀ ਕਿਹਾ ਜਾਂਦਾ ਹੈ। ਅੰਗਰੇਜ਼ੀ ਦੂਸਰੇ ਦੇਸ਼ਾਂ ਨਾਲ ਸੰਬੰਧ ਕਾਇਮ ਰੱਖਣ ਲਈ ਸਾਨੂੰ ਅੰਗਰੇਜ਼ੀ ਭਾਸ਼ਾ ਨੂੰ ਸਿੱਖਣਾ ਜ਼ਰੂਰ ਚਾਹੀਦਾ ਹੈ। ਇਸ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ। ਇਹ ਸੀ ਸਾਡਾ ਫਸਟ ਚੈਪਟਰ ਬੋਲੀ ਜਾਂ ਭਾਸ਼ਾ। ਹੁਣ ਅਸੀਂ ਇਸ ਚੈਪਟਰ ਦੇ ਬਹੁ ਵਿਕਲਪੀ ਪ੍ਰਸ਼ਨ, ਮੌਖਿਕ ਪ੍ਰਸ਼ਨ ਅਤੇ ਕੁਐਸਚਨ ਆਨਸਰ ਕਰਾਂਗੇ, ਬੁੱਕ ਵਰਕ ਕਰਾਂਗੇ। ਤਾਂ ਸਭ ਤੋਂ ਪਹਿਲਾਂ ਇਸ ਚੈਪਟਰ ਦਾ ਫਸਟ ਕੁਐਸਚਨ ਹੈ ਬਹੁ ਵਿਕਲਪੀ ਪ੍ਰਸ਼ਨ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਮਲਟੀਪਲ ਕੁਐਸਚਨਸ ਵੀ ਕਹਿੰਦੇ ਹਾਂ, MCQ ਕਹਿੰਦੇ ਹਾਂ। ਤਾਂ ਇਸ ਦਾ ਫਸਟ ਕੁਐਸਚਨ ਹੈ ਕਿਹੜੀ ਬੋਲੀ ਸ਼ੁੱਧ ਬੋਲੀ ਅਖਵਾਉਂਦੀ ਹੈ? 4 ਆਪਸ਼ਨਸ ਨੇ: ਅੰਗਰੇਜ਼ੀ, ਹਿੰਦੀ, ਲਿਖਤੀ ਬੋਲੀ ਅਤੇ ਬੋਲਚਾਲ ਦੀ ਬੋਲੀ। ਤਾਂ ਤੁਹਾਨੂੰ ਮੈਂ ਆਲਰੇਡੀ ਫਸਟ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਕਿਹੜੀ ਬੋਲੀ ਸ਼ੁੱਧ ਬੋਲੀ ਹੁੰਦੀ ਹੈ? ਲਿਖਤੀ ਬੋਲੀ। ਕਿਉਂ ਹੁੰਦੀ ਹੈ? ਕਿਉਂਕਿ ਇਸ ਵਿੱਚ ਅਸੀਂ ਵਿਆਕਰਨਿਕ ਤੌਰ 'ਤੇ ਨਿਯਮ ਬਣਾਏ ਹੁੰਦੇ ਨੇ। ਵਿਆਕਰਨਿਕ ਨਿਯਮਾਂ ਦੇ ਅਧੀਨ ਹੀ ਅਸੀਂ ਬੋਲੀ ਨੂੰ ਲਿਖਦੇ ਹਾਂ। ਸੈਕਿੰਡ ਕੁਐਸਚਨ ਹੈ ਬੋਲਚਾਲ ਦੀ ਬੋਲੀ 'ਤੇ ਕਿੱਥੋਂ ਦਾ ਅਸਰ ਹੁੰਦਾ ਹੈ? ਕਿੱਥੋਂ ਦਾ ਅਸਰ ਹੁੰਦਾ ਹੈ? ਕਿਸੇ ਖਾਸ ਇਲਾਕੇ ਦਾ। ਭਾਰਤ ਦਾ ਅਸਰ ਨਹੀਂ ਹੁੰਦਾ, ਪੰਜਾਬ ਦਾ ਅਸਰ ਨਹੀਂ ਹੁੰਦਾ, ਨੇਪਾਲ ਦਾ ਅਸਰ ਨਹੀਂ ਹੁੰਦਾ। ਬੋਲਚਾਲ ਦੀ ਭਾਸ਼ਾ 'ਤੇ ਕਿਸੇ ਖਾਸ ਇਲਾਕੇ ਦਾ ਹੀ ਅਸਰ ਹੁੰਦਾ ਹੈ। ਨੈਕਸਟ ਕੁਐਸਚਨ ਲਿਖਤੀ ਬੋਲੀ ਕਿਸ ਦੇ ਨਿਯਮਾਂ ਵਿੱਚ ਬੱਝੀ ਹੁੰਦੀ ਹੈ? ਜਿਹੜੀ ਲਿਖਤੀ ਬੋਲੀ ਆ ਅਸੀਂ ਇਸ ਨੂੰ ਸ਼ੁੱਧ ਭਾਸ਼ਾ ਸਮਝਦੇ ਹਾਂ, ਸ਼ੁੱਧ ਭਾਸ਼ਾ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਇਸ ਭਾਸ਼ਾ ਵਿੱਚ ਵਿਆਕਰਨ ਦੇ ਨਿਯਮ ਬਣਾਏ ਹੁੰਦੇ ਹਨ।
ਅੰਮ੍ਰਿਤਸਰ ਵਿੱਚ ਕਿਹੜੀ ਉਪਬੋਲੀ ਪ੍ਰਚਲਿਤ ਹੈ? ਮਾਝੀ। ਦੁਆਬੀ ਉਪਬੋਲੀ ਦੇ ਕੋਈ ਦੋ ਜ਼ਿਲ੍ਹੇ ਲਿਖੋ। ਦੁਆਬੀ ਉਪਬੋਲੀ ਕਿੱਥੇ ਬੋਲੀ ਜਾਂਦੀ ਹੈ? ਜਲੰਧਰ ਅਤੇ ਕਪੂਰਥਲਾ। ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ? ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਸੰਸਕ੍ਰਿਤ, ਤਾਮਿਲ, ਅੰਗਰੇਜ਼ੀ ਭਾਸ਼ਾ ਨਹੀਂ, ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ। ਉਸ ਤੋਂ ਬਾਅਦ ਇਸ ਚੈਪਟਰ ਦੇ ਸ਼ਾਰਟ ਕੁਐਸਚਨ ਆਨਸਰ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਕੁਝ ਸ਼ਬਦਾਂ ਵਿੱਚ ਲਿਖੋ। ਫਸਟ ਕੁਐਸਚਨ ਹੈ, ਬੋਲੀ ਕਾਹਦਾ ਸਾਧਨ ਹੈ? ਕਾਹਦਾ ਸਾਧਨ ਹੈ ਕਿ ਮਨ ਦੇ ਭਾਵ, ਮਨ ਦੇ ਵਿਚਾਰਾਂ ਨੂੰ ਅਸੀਂ ਇੱਕ ਦੂਸਰੇ ਤੱਕ ਪਹੁੰਚਾਉਣੇ ਹੈ, ਤਾਂ ਇਸ ਦਾ ਸਾਧਨ ਹੈ। ਬੋਲੀ ਦੀਆਂ ਕਿਸਮਾਂ ਦੇ ਨਾਂ ਲਿਖੋ। ਆਲਰੇਡੀ ਦੱਸਿਆ ਹੈ ਕਿ ਬੋਲੀ ਦੀਆਂ ਦੋ ਕਿਸਮਾਂ ਹੁੰਦੀਆਂ ਨੇ, ਬੋਲਚਾਲ ਦੀ ਬੋਲੀ ਅਤੇ ਲਿਖਤੀ ਬੋਲੀ। ਸਿਰਫ ਤੁਸੀਂ ਕਿਸਮਾਂ ਦੇ ਨਾਮ ਲਿਖਣੇ ਹੈ। ਨੈਕਸਟ ਕੁਐਸਚਨ ਹੈ, ਕਿਹੜੀ ਬੋਲੀ ਸ਼ੁੱਧ ਭਾਸ਼ਾ ਹੁੰਦੀ ਹੈ? ਆਪਾਂ ਹੁਣੇ MCQ ਦੇ ਵਿੱਚ ਵੀ ਦੇਖਿਆ, ਕਿਹੜੀ ਬੋਲੀ ਨੂੰ ਅਸੀਂ ਸ਼ੁੱਧ ਭਾਸ਼ਾ ਮੰਨਦੇ ਹਾਂ? ਲਿਖਤੀ ਬੋਲੀ। ਕਿਉਂ ਮੰਨਦੇ ਹਾਂ? ਕਿਉਂਕਿ ਇਹ ਵਿਆਕਰਨਕ ਨਿਯਮਾਂ ਵਿੱਚ ਬੱਝੀ ਹੋਈ ਹੁੰਦੀ ਹੈ। ਉਸ ਤੋਂ ਨੈਕਸਟ ਕੁਐਸਚਨ ਹੈ, ਉਪਭਾਸ਼ਾ ਕਿਸ ਭਾਸ਼ਾ ਵਿੱਚੋਂ ਪੈਦਾ ਹੁੰਦੀ ਹੈ? ਆਪਾਂ ਨੇ ਪੜ੍ਹਿਆ ਸੀ ਕਿ ਉਪਭਾਸ਼ਾ ਕਿਹੜੀ ਭਾਸ਼ਾ ਤੋਂ ਪੈਦਾ ਹੋਈ ਜਾਂ ਉਪਭਾਸ਼ਾ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਸੀ? ਤਾਂ ਬੋਲਚਾਲ ਦੀ ਬੋਲੀ ਵਿੱਚੋਂ ਉਪਭਾਸ਼ਾ ਪੈਦਾ ਹੋਈ ਹੈ। ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? ਭਾਰਤੀ ਸੰਵਿਧਾਨ ਨੇ ਭਾਰਤ ਵਿੱਚ ਪ੍ਰਚਲਿਤ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ, ਤਾਂ ਇਸ ਦਾ ਆਨਸਰ ਹੈ 22। ਪੰਜਾਬ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੇ ਨਾਮ ਲਿਖੋ। ਆਪਾਂ ਨੂੰ ਸਿਰਫ ਕੁਐਸਚਨ ਪੁੱਛਿਆ, ਪੰਜਾਬ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ 3 ਹਨ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਜੇ ਕੁਐਸਚਨ ਪੁੱਛਿਆ ਜਾਵੇ ਕਿ ਵਾਧੂ ਭਾਸ਼ਾਵਾਂ ਕਿਹੜੀਆਂ ਨੇ, ਇਹਨਾਂ ਤੋਂ ਇਲਾਵਾ ਵਾਧੂ ਭਾਸ਼ਾਵਾਂ ਕਿਹੜੀਆਂ ਨੇਗੀਆਂ? ਉਰਦੂ ਅਤੇ ਸੰਸਕ੍ਰਿਤ। ਨੈਕਸਟ ਕੁਐਸਚਨ ਹੈ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ। ਇਹਨਾਂ ਆਨਸਰ ਨੂੰ ਅਸੀਂ 2 ਜਾਂ 3 ਲਾਈਨਾਂ ਦੇ ਵਿੱਚ ਲਿਖਣਾ ਹੈ। ਫਸਟ ਕੁਐਸਚਨ ਹੈ, ਬੋਲੀ ਕਿਸ ਨੂੰ ਆਖਦੇ ਹਨ? ਬੋਲੀ ਕਿਸ ਨੂੰ ਆਖਦੇ ਹਨ? ਉਹ ਸਾਧਨ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਇੱਕ ਦੂਸਰੇ ਤੱਕ ਪਹੁੰਚਾਉਂਦੇ ਹਾਂ, ਉਸ ਨੂੰ ਅਸੀਂ ਬੋਲੀ ਜਾਂ ਭਾਸ਼ਾ ਕਹਿੰਦੇ ਹਾਂ। ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਉਸ ਦੀਆਂ ਕਿਸਮਾਂ ਲਿਖੋ। ਪਹਿਲਾਂ ਤੁਸੀਂ 2 ਕੁਐਸਚਨ ਪੁੱਛੇ ਨੇ ਕੁਐਸਚਨ ਦੇ ਵਿੱਚ, ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਬੋਲੀ 2 ਪ੍ਰਕਾਰ ਦੀ ਹੁੰਦੀ ਹੈ। ਨੈਕਸਟ ਕੁਐਸਚਨ ਹੈ, ਉਸ ਦੀਆਂ ਕਿਸਮਾਂ ਲਿਖੋ। ਤਾਂ ਤੁਸੀਂ ਕਿਸਮਾਂ ਦੇ ਨਾਮ ਲਿਖੋਗੇ, ਬੋਲਚਾਲ ਦੀ ਬੋਲੀ ਜਾਂ ਮੌਖਿਕ ਬੋਲੀ, ਲਿਖਤੀ ਜਾਂ ਟਕਸਾਲੀ ਬੋਲੀ। ਇਸ ਨੂੰ ਤੁਸੀਂ ਸਾਹਿਤਕ ਬੋਲੀ ਵੀ ਕਹਿ ਸਕਦੇ ਹੋ ਆਪਸ਼ਨ ਦੇ ਵਿੱਚ। ਨੈਕਸਟ ਕੁਐਸਚਨ ਹੈ, ਲਿਖਤੀ ਜਾਂ ਸਾਹਿਤਕ ਭਾਸ਼ਾ ਕੀ ਹੁੰਦੀ ਹੈ? ਕੀ ਭਾਸ਼ਾ ਹੁੰਦੀ ਹੈ ਇਹ? ਜਿਹੜੀ ਗੱਲਬਾਤ ਜਾਂ ਸੁਨੇਹਾ ਅਸੀਂ ਕਿਸੇ ਤੱਕ ਲਿਖ ਕੇ ਪਹੁੰਚਾਉਂਦੇ ਹਾਂ, ਕਿ ਕੋਈ ਵਿਅਕਤੀ ਆਪਣੇ ਮਨ ਦੇ ਭਾਵਾਂ ਨੂੰ, ਵਿਚਾਰਾਂ ਨੂੰ, ਸੁਨੇਹੇ ਨੂੰ ਲਿਖ ਕੇ ਪਹੁੰਚਾਉਂਦੇ ਆ ਦੂਸਰੇ ਵਿਅਕਤੀ ਤੱਕ, ਅਸੀਂ ਇਸ ਨੂੰ ਲਿਖਤੀ ਜਾਂ ਸਾਹਿਤਕ ਭਾਸ਼ਾ ਕਹਿੰਦੇ ਹਾਂ। ਤੁਸੀਂ ਨਾਲ ਹੋਰ ਵੀ ਲਾਈਨ ਲਿਖ ਸਕਦੇ ਹੋ ਕਿ ਇਹ ਭਾਸ਼ਾ ਸ਼ੁੱਧ ਭਾਸ਼ਾ ਹੁੰਦੀ ਹੈ ਕਿਉਂਕਿ ਇਹ ਵਿਆਕਰਨਿਕ ਨਿਯਮਾਂ ਵਿੱਚ ਬੱਝੀ ਹੁੰਦੀ ਹੈ। ਅਗਲਾ ਕੁਐਸਚਨ ਹੈ, ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ ਦੇ ਨਾਂ ਲਿਖੋ। ਪੰਜਾਬ ਦੀਆਂ ਕਿਹੜੀਆਂ 4 ਉਪਬੋਲੀਆਂ ਨੇ? ਵੈਸੇ ਆਪਣੀਆਂ 8 ਬੋਲੀਆਂ ਨੇ, ਪਰ ਦੂਸਰੀਆਂ ਭਾਸ਼ਾਵਾਂ ਕਿਹੜੀਆਂ ਨੇ? ਉਹ ਪਾਕਿਸਤਾਨੀ ਪੰਜਾਬ ਵਿੱਚ ਹਨ। ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ ਦੁਆਬੀ, ਮਾਝੀ, ਮਲਵਈ ਅਤੇ ਪੁਆਧੀ। ਹਿੰਦੀ ਕਿਹੜੀ ਭਾਸ਼ਾ ਹੈ? ਇਹ ਰਾਸ਼ਟਰ ਭਾਸ਼ਾ ਕਿਉਂ ਅਖਵਾਉਂਦੀ ਹੈ? ਹਿੰਦੀ ਕਿਹੜੀ ਭਾਸ਼ਾ ਹੈ? ਪੂਰੇ ਭਾਰਤ ਦੀ ਸਾਂਝੀ ਭਾਸ਼ਾ ਹੈ, ਇਸ ਕਰਕੇ ਇਸ ਨੂੰ ਅਸੀਂ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੰਦੇ ਹਾਂ। ਭਾਰਤ ਵਿੱਚ ਕੋਈ ਕਿਤੇ ਵੀ ਰਹਿੰਦਾ ਉਸ ਨੂੰ ਹਿੰਦੀ ਜ਼ਰੂਰ ਹੀ ਸਿੱਖਣੀ ਪਵੇਗੀ। ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? ਸ਼ਾਰਟ ਕੁਐਸਚਨ ਦੇ ਵਿੱਚ ਵੀ ਆਇਆ ਕਿ ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? 22 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ 10 ਭਾਸ਼ਾਵਾਂ, ਵੈਸੇ ਸਾਡੀਆਂ 22 ਭਾਸ਼ਾਵਾਂ ਨੇ, ਤਾਂ ਕੋਈ ਵੀ ਤੁਸੀਂ ਜੋ ਤੁਹਾਨੂੰ ਸੌਖੀਆਂ ਲੱਗਦੀਆਂ ਨੇ ਤੁਸੀਂ ਉਹਨਾਂ 10 ਭਾਸ਼ਾਵਾਂ ਦੇ ਨਾਂ ਲਿਖ ਸਕਦੇ ਹੋ, ਜਿਵੇਂ ਉਰਦੂ, ਪੰਜਾਬੀ, ਗੁਜਰਾਤੀ, ਕਸ਼ਮੀਰੀ, ਬੰਗਲਾ, ਹਿੰਦੀ, ਅਸਾਮੀ, ਕੋਂਕਣੀ, ਤਾਮਿਲ ਆਦਿ। ਇਹਨਾਂ ਤੋਂ ਬਿਨਾਂ ਵੀ ਤੁਸੀਂ ਭਾਸ਼ਾਵਾਂ ਦੇ ਨਾਮ ਲਿਖ ਸਕਦੇ ਹੋ। ਪੰਜਾਬ ਵਿੱਚ ਕਿੰਨੀਆਂ ਤੇ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ? ਇਹ ਵੀ ਸ਼ਾਰਟ ਕੁਐਸਚਨ ਦੇ ਵਿੱਚ ਆਇਆ। ਪੰਜਾਬ ਵਿੱਚ 3 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕਿਹੜੀਆਂ ਬੋਲੀਆਂ ਜਾਂਦੀਆਂ ਹਨ? ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਮਾਤ ਭਾਸ਼ਾ ਕੀ ਹੁੰਦੀ ਹੈ? ਕੀ ਹੁੰਦੀ ਹੈ ਮਾਤ ਭਾਸ਼ਾ? ਉਹ ਭਾਸ਼ਾ ਹੁੰਦੀ ਹੈ ਜੋ ਜਨਮ ਸਮੇਂ ਬੱਚਾ ਆਪਣੀ ਮਾਂ ਕੋਲੋਂ ਸਿੱਖਦਾ ਹੈ। ਉਪਬੋਲੀ ਕਿਸ ਨੂੰ ਆਖਦੇ ਹਨ? ਕਿ ਕਿਸੇ ਪ੍ਰਾਂਤ ਦੀ ਕੇਂਦਰੀ ਭਾਸ਼ਾ ਦੇ ਅਧੀਨ ਬੋਲੀ ਜਾਣ ਵਾਲੀ ਭਾਸ਼ਾ ਨੂੰ ਅਸੀਂ ਉਪਭਾਸ਼ਾ ਕਹਿੰਦੇ ਹਾਂ। ਇਹ ਸੀ ਬੱਚੇ ਅੱਜ ਆਪਣਾ ਫਸਟ ਚੈਪਟਰ ਲੈਂਗੁਏਜ ਬੁੱਕ ਦਾ ਫਸਟ ਚੈਪਟਰ ਬੋਲੀ ਜਾਂ ਭਾਸ਼ਾ ਬਾਰੇ। ਤਾਂ ਸਾਰੇ ਵਿਦਿਆਰਥੀਆਂ ਨੇ ਇਸ ਚੈਪਟਰ ਨੂੰ ਧਿਆਨ ਨਾਲ ਸਮਝਣਾ ਹੈ। ਓਕੇ, ਥੈਂਕ ਯੂ, ਹੈਵ ਅ ਨਾਈਸ ਡੇ।